ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਵਾਹਿਗੁਰੂ। ਦੇਹੀ ਗਾਵਾ ਜਿਉ ਧਰ ਮਹਿ ਤੋ, ਬਸੈ ਪੰਚ ਕਿਰਸਾਨਾ। ਨੈਨੂ ਨਕਟੂ ਸਰਵਣੂ ਰਸਪਤ, ਇੰਦਰੀ ਕਹਾ ਨ ਮਾਨਾ। ਗੁਰੂ ਪਿਆਰਿਓ, ਇਹ ਜਿਹੜੀ ਦੇਹੀ ਹੈ ਨਾ ਸਾਡੀ, ਇਹ ਇੱਕ ਗਾਂਵ ਜਿਸ ਤਰ੍ਹਾਂ ਹੁੰਦਾ ਹੈ ਨਾ, ਇਸ ਤਰ੍ਹਾਂ ਹੈ। ਕਿਉਂਕਿ ਇਸ ਦੇ ਵਿੱਚ ਅਨੇਕਾਂ ਹੀ ਪ੍ਰਕਾਰ ਦੇ ਗੁਣ ਅਵਗੁਣ ਭਰੇ ਹੋਏ ਹੈ। ਔਰ ਬਸੈ ਪੰਚ ਕਿਰਸਾਨਾ, ਇਸ ਦੇ ਵਿੱਚ ਪੰਜ ਦੂਤ ਵੀ ਜਿਹੜੇ ਹੈ ਨਾ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਵੀ ਸਾਡੀ ਦੇਹ ਦੇ ਵਿੱਚ ਅੰਦਰ ਹੀ ਵਸਦੇ ਹੈ। ਅਤੇ ਗੁਰੂ ਸਾਹਿਬ ਕਹਿੰਦੇ ਹੈ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਜਿਹੜੀ ਹੈ ਨਾ, ਇਹ ਬਖਸ਼ਿਸ਼ ਕਰਦੀ ਹੈ ਕਿ ਇਹ ਦੇਹੀ ਜਿਹੜਾ ਹੈ ਨਾ ਸਾਡਾ ਇੱਕ ਗਾਮ ਹੈ। ਜੈਸੇ ਜੀਓ ਜਿਹੜਾ ਹੈ ਇਸ ਧਰਤੀ ਦਾ ਮਾਲਕ ਹੈ। ਇਹ ਗਾਮ ਦੀ ਧਰਤੀ ਜਿਹੜੀ ਹੈ ਨਾ, ਇਹ ਜੀ ਸਾਡਾ, ਜਿਹਨੂੰ ਅਸੀਂ ਰੂਹ ਕਹਿੰਦੇ ਹਾਂ, ਜਿਹਨੂੰ ਅਸੀਂ ਮਨ ਕਹਿੰਦੇ ਹਾਂ, ਜਿਹਨੂੰ ਅਸੀਂ ਆਤਮਾ ਕਹਿੰਦੇ ਹਾਂ, ਇਹ ਇਸ ਧਰਤੀ ਦੇ ਮਾਲਕ ਹੈ। ਔਰ ਇਸ ਦੇ ਵਿੱਚ ਪੰਜ ਕਿਰਸਾਨ ਜਿਹੜੇ ਹੈ ਨਾ, ਖੇਤੀ ਕਰਨ ਵਾਸਤੇ ਇਹ ਪੰਜ ਕਿਰਸਾਨ ਵੀ ਜਿਹੜੇ ਆ ਨਾ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਸ ਦੇ ਵਿੱਚ ਵਸੇ ਹੋਏ ਆ। ਔਰ ਇਹਨਾਂ ਨੇ ਖੇਤੀ ਜਿਹੜੀ ਹੈ ਨਾ, ਇਸ ਗਾਮ ਦੀ ਇਹ ਸੰਭਾਲ ਰੱਖੀ ਹੈ। ਕਿਉਂਕਿ ਸਾਨੂੰ ਚੱਕਰ 'ਚ ਫਸਾ ਕੇ, ਮਾਇਆ ਦੇ ਚੱਕਰ 'ਚ ਫਸਾ ਕੇ, ਆਪਣੇ ਚੱਕਰ ਦੇ ਵਿੱਚ ਫਸਾ ਕੇ, ਇਹ ਸਾਡਾ ਜਿਹੜਾ ਅੰਮ੍ਰਿਤ ਜਿਹੜਾ ਹੈ ਨਾ, ਖੇਤੀ ਤੋਂ ਜੋ ਪੈਦਾ ਹੁੰਦਾ ਹੈ ਨਾ, ਉਹ ਅੰਮ੍ਰਿਤ ਹੁੰਦਾ ਹੈ। ਅਤੇ ਇਹ ਅੰਮ੍ਰਿਤ ਲੁੱਟ ਲੈਂਦੇ ਆ। ਇਹ ਸਾਨੂੰ ਇਸ ਤਰ੍ਹਾਂ ਲੁੱਟਦੇ ਆ, ਸਾਡੀਆਂ 10 ਇੰਦਰੀਆਂ ਜਿਹੜੀਆਂ ਹੈ ਨਾ, ਇਹਨਾਂ ਦੁਆਰਾ ਸਾਨੂੰ ਇਹ ਭਟਕਾਉਂਦੇ ਹੈ। ਨੈਣਾਂ ਦੁਆਰਾ, ਨੱਕ ਦੁਆਰਾ ਰਸਗੰਧ ਮਾਣਦੇ ਹੋਏ, ਨੈਣਾਂ ਦੁਆਰਾ ਅਸੀਂ ਆਨੰਦ ਲੈਂਦੇ ਹੋਏ, ਨੈਣਾਂ ਦੁਆਰਾ ਅਸੀਂ ਆਪਣੇ ਮਨ ਦੀ ਜਿਹੜੀ ਇੱਛਾ ਪੂਰਤੀ ਕਰਦੇ ਹੋਏ, ਇਹ ਆਨੰਦ ਨਹੀਂ ਕਿਹਾ ਜਾ ਸਕਦਾ, ਇਸ ਨੂੰ ਇੱਛਾ ਪੂਰਤੀ ਕਿਹਾ। ਮਤਲਬ ਇਹ ਇੱਕ ਬੁਰਾਈ ਹੈ। ਨੈਣਾਂ ਦੇ ਨਾਲ ਕਿਸੇ ਨੂੰ ਤੱਕਣਾ ਜਿਹੜਾ ਹੈ, ਇਹ ਵੀ ਬੁਰਾਈ ਹੈ। ਅਤੇ ਇਹ ਇਸ ਤਰ੍ਹਾਂ ਦਾ ਰਸ ਜਿਹੜਾ ਨਾ, ਨੈਣਾਂ ਦੁਆਰਾ ਮਾਣਦੇ ਹੈ, ਨੱਕ ਦੁਆਰਾ ਰਸਗੰਧ ਦੀ ਪ੍ਰਾਪਤੀ ਕਰਦੇ ਹੈ, ਕੰਨਾਂ ਦੁਆਰਾ ਜਿਹੜਾ ਹੈ ਇਹ ਸੁਣਨ ਦੀ ਜਿਹੜੀ ਰਸ ਦੀ ਪ੍ਰਾਪਤੀ ਹੈ ਨਾ, ਸ਼ਰਵਣ ਪ੍ਰਾਪਤੀ, ਇਹਨਾਂ ਨੂੰ ਇੱਕ ਬੁਰਾਈ ਇਹ ਲੱਗੀ ਹੋਈ ਹੈ। ਔਰ ਇਹ ਇਸ ਤਰ੍ਹਾਂ ਦੇ ਨਾਲ ਇਹ ਰਸ ਇਹਨਾਂ ਦੁਆਰਾ 10 ਇੰਦਰੀਆਂ ਦੁਆਰਾ, 9 ਇੰਦਰੀਆਂ ਦੁਆਰਾ ਜਿਹੜਾ ਇਹ ਰਸ ਜਿਹੜਾ ਨਾ ਪ੍ਰਾਪਤ ਕਰਦੇ ਹੋਏ ਜਿਹੜੇ ਹੈ, ਇਹ ਕਿਰਸਾਨ ਜਿਹੜੇ ਆ ਆਪਣਾ ਸਾਡਾ ਅੰਮ੍ਰਿਤ ਜਿਹੜਾ, ਸਾਡੀ ਰੂਹ ਦਾ ਅੰਮ੍ਰਿਤ ਜਿਹੜਾ ਹੈ, ਇਹ ਪੀ ਜਾਂਦੇ ਆ। ਔਰ ਇੰਦਰੀ ਕਹਾ ਨ ਮਾਨਾ, ਇੰਦਰੀਆਂ ਜਿਹੜੀਆਂ ਨਾ 9, ਗਿਆਨ ਇੰਦਰੀਆਂ, ਕਰਮ ਇੰਦਰੀਆਂ, ਇਹ 10 ਹੈ। 9 ਦਰਵਾਜ਼ੇ ਜਿਹੜੇ ਹੈ, ਇਹ ਵੀ ਸਾਨੂੰ ਸਾਡੇ ਰਸ ਇਹਨਾਂ ਦੁਆਰਾ, ਮਤਲਬ ਇਹ 5 ਕਿਰਸਾਨ ਜਿਹੜੇ ਆ ਨਾ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਸਾਡਾ ਰਸ ਲੁੱਟ ਰਹਿੰਦੇ ਆ। ਔਰ ਸਾਡੀਆਂ ਗਿਆਨ ਇੰਦਰੀਆਂ, ਕਰਮ ਇੰਦਰੀਆਂ ਵੀ ਜਿਹੜੀਆਂ ਸਾਡਾ ਕਹਾ ਨਹੀਂ ਮੰਨਦੀਆਂ ਗੀਆਂ, ਆਪਣੀ ਮਰਜ਼ੀ ਦੇ ਮੁਤਾਬਕ ਚੱਲਦੀਆਂ, ਜਿਵੇਂ ਇਹ ਸਾਨੂੰ ਚਲਾਉਂਦੇ ਆ। ਜਿਵੇਂ 5 ਕਿਰਸਾਨ ਜਿਹੜੇ ਆ ਨਾ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਚਲਾਉਂਦੇ ਆ, ਉਸੇ ਤਰ੍ਹਾਂ ਚੱਲਦੀ ਹੈ। ਹੁਣ ਅੱਗੇ ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ, ਬਾਬਾ ਅਬ ਨਾ ਬਸੋ ਏ ਗਾਓ। ਬਾਬਾ ਹੁਣ ਇਹ ਗਾਂ ਨਹੀਂ ਬਸੇਗਾ, ਕਿਉਂਕਿ ਇਹਦੇ ਵਿੱਚ ਜਿਹੜੇ ਆ ਨਾ, ਇਹਦੇ ਜਿਹੜੇ ਖੇਤੀ ਕਰਨ ਵਾਲੇ ਆ, ਇਹ ਬੇਈਮਾਨ ਹੈ।
ਸਾਡੇ ਨਾਲ ਧੋਖਾ ਕਰ ਰਹੇ ਆ, ਠੱਗੀ ਕਰ ਰਹੇ ਆ। ਸਾਡਾ ਰਸ ਜਿਹੜਾ ਹੈ, ਅੰਮ੍ਰਿਤ ਰਸ ਜਿਹੜਾ ਹੈ, ਇਹ ਪੀ ਜਾਂਦੇ ਆ। ਔਰ ਇਹ ਸਾਨੂੰ ਮਤਲਬ ਜਿਹੜਾ ਹੈ, ਇਹ ਸਾਨੂੰ ਬਾਰ-ਬਾਰ ਜਿਹੜਾ ਹੈ ਕਸ਼ਟ ਦਿੰਦੇ ਆ। ਕਰੀ ਕਰੀ ਕਾ ਲੇਖਾ ਮੰਗੈ, ਕਾਇ ਬਚੇ ਤੂੰ ਨਾਓ। ਕਹਿੰਦੇ ਵੀ ਇਹ ਘਰੀ ਘਰੀ ਦੇ ਵਿੱਚ ਹੀ ਨਾ, ਇਹ ਨੈਣਾ ਦੁਆਰਾ, ਨੱਕ ਦੁਆਰਾ, ਕੰਨਾਂ ਦੁਆਰਾ ਸਾਡੇ ਰਸ ਨੂੰ ਪ੍ਰਾਪਤ ਲੈਂਦੇ ਆ। ਸਾਡਾ ਅੰਮ੍ਰਿਤ ਰਸ ਜਿਹੜਾ ਇਹ ਪੀ ਜਾਂਦੇ ਆ ਔਰ ਸਾਨੂੰ ਚੱਕਰ ਦੇ ਵਿੱਚ ਫਸਾ ਕੇ ਇਹ ਸਾਡਾ ਘਰੀ ਘਰੀ ਦਾ ਹੀ ਮਤਲਬ ਇਸ ਤਰ੍ਹਾਂ ਦਾ ਇਹਨਾਂ ਦਾ ਹਿਸਾਬ ਹੈ ਕਿ ਸਾਡੇ ਤੋਂ ਵਾਰੀ ਵਾਰੀ ਇਹ ਇਸ ਤਰ੍ਹਾਂ ਦਾ ਲੇਖਾ ਕਰਵਾਉਂਦੇ ਆ, ਲੇਖਾ ਮੰਗਦੇ ਆ। ਅਤੇ ਮੇਰੇ ਕੋਲ ਰੂਹ ਜਿਹੜੀ ਜੀ ਇਹ ਕਹਿੰਦਾ ਕਿ ਮੇਰੇ ਕੋਲ ਇੰਨਾ ਸਮਾਂ ਨਹੀਂ ਹੈ ਕਿ ਮੈਂ ਕਦੋਂ ਮਤਲਬ ਤੇਰੇ ਨਾਮ ਦੀ ਚੇਤਨਾ ਕਰਾਂ, ਕਦੋਂ ਤੇਰੇ ਨਾਮ ਨੂੰ ਚਿੱਤ ਦੇ ਵਿੱਚ ਵਸਾਵਾਂ, ਕਦੋਂ ਤੇਰੇ ਨਾਮ ਦੀ ਜਿਹੜੀ ਹੈ ਉਹ ਸਿਮਰਨਾ ਕਰਕੇ ਮੈਂ ਤੇਰੇ ਨਾਲ ਜੋੜ ਕਰ ਲਵਾਂ। ਹੁਣ ਅੱਗੇ ਕਹਿੰਦੇ ਆ ਕਿ ਜਦੋਂ ਸਮਾਂ ਆਇਆ, ਇਸ ਜੀ ਦਾ ਪਰਮਾਤਮਾ ਨੇ ਬੁਲਾਵਾ ਭੇਜਿਆ ਔਰ ਇਸ ਨੂੰ ਪਰਮਾਤਮਾ ਦੇ ਕੋਲ ਜਾਣਾ ਪਿਆ। ਅਤੇ ਕੀ ਹੋਇਆ ਕਿ ਜੰਮ ਲੈਣ ਆਏ ਇਸ ਨੂੰ, ਔਰ ਜੰਮ ਨੇ ਲਿਜਾ ਕੇ ਇਹਨੂੰ ਧਰਮਰਾਜ ਦੇ ਸਾਹਮਣੇ ਪੇਸ਼ ਕਰ ਦਿੱਤਾ। ਅਤੇ ਗੁਰਬਾਣੀ ਇਹ ਬਖਸ਼ਿਸ਼ ਕਰਦੀ ਹੈ, ਧਰਮ ਰਾਏ ਜਬ ਲੇਖਾ ਮੰਗੈ, ਬਾਕੀ ਨਿਕਸੀ ਪਾਰੀ। ਧਰਮਰਾਏ ਨੇ ਜਦੋਂ ਲੇਖਾ ਮੰਗਿਆ ਨਾ, ਹਾਂ ਭਾਈ ਤੈਨੂੰ ਨਾਮ ਜਪਣ ਕਰਨ ਵਾਸਤੇ ਭੇਜਿਆ ਸੀ, ਤੂੰ ਕਿੰਨਾ ਨਾਮ ਜਪਿਆ ਹੈ। ਅਤੇ ਫਿਰ ਪਤਾ ਲੱਗਦਾ ਹੈ ਕਿ ਜਦੋਂ ਹਿਸਾਬ ਹੁੰਦਾ ਹੈ ਅਤੇ ਪਤਾ ਲੱਗਦਾ ਹੈ ਕਿ ਇਹ ਜਿਹੜੇ 5 ਕਿਰਸਾਨ ਹੈ, ਜਿਹੜਾ ਸਾਡਾ ਅੰਮ੍ਰਿਤ ਸੀ ਇਹ ਵੀ ਪੀ ਗਏ ਅਤੇ ਸਾਨੂੰ ਨਾਮ ਵੀ ਚੇਤੇ ਨਹੀਂ ਕਰਨ ਦਿੱਤਾ। ਅਸੀਂ ਪਰਮਾਤਮਾ ਦੀ ਭਗਤੀ ਨਹੀਂ ਕਰ ਸਕੇ, ਅਸੀਂ ਪਰਮਾਤਮਾ ਦੇ ਨਾਲ ਮਿਲਣ ਨਹੀਂ ਕਰ ਸਕੇ, ਅਸੀਂ ਪਰਮਾਤਮਾ ਦੇ ਨਾਮ ਦੇ ਵਿੱਚ ਅੰਮ੍ਰਿਤ ਰਸ ਦੀ ਜੋ ਪ੍ਰਾਪਤੀ ਕਰਨੀ ਸੀ ਉਹ ਨਹੀਂ ਕਰ ਸਕੇ। ਅਤੇ ਕੀ ਹੋਇਆ ਕਿ ਲੇਖਾ ਜਦੋਂ ਹੋਇਆ ਨਾ, ਅਤੇ ਸਾਡੇ ਸਿਰ, ਜੀਓ ਦੇ ਸਿਰ, ਜੀਵ ਦੇ ਸਿਰ, ਆਤਮਾ ਦੇ ਸਿਰ ਜਿਹੜਾ ਬਹੁਤ ਭਾਰੀ ਜਿਹੜਾ ਲੇਖਾ ਹੈ ਉਹ ਬਾਕੀ ਨਿਕਲ ਗਿਆ। ਬਹੁਤ ਵੱਡਾ ਮਤਲਬ ਲੇਖਾ ਜਿਹੜਾ ਜੀਵ ਦੇ ਸਿਰ 'ਤੇ ਆ ਗਿਆ ਕਿ ਇੰਨਾ ਤੈਨੂੰ ਹੁਣ ਦੋਸ਼ ਲੱਗੇਗਾ, ਤੈਨੂੰ ਸਜ਼ਾ ਲੱਗੇਗੀ ਜਿਹੜਾ ਤੂੰ ਨਾਮ ਸਿਮਰਨ ਨਹੀਂ ਕੀਤਾ। ਅਤੇ ਇਸ ਤਰ੍ਹਾਂ ਦੇ ਨਾਲ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਜਿਹੜੀ ਹੈ ਕਬੀਰ ਦੁਆਰਾ ਰਚਿਤ ਹੈ। ਅਤੇ ਕਹਿ ਰਿਹਾ, ਪੰਚ ਕਿਰਸਾ ਨਾ ਭਾਗ ਗਏ, ਲੈ ਬਾਂਧਿਓ ਜੀਓ ਦਰਬਾਰੀ। ਕਹਿੰਦੇ ਵੀ ਜਦੋਂ ਇਹ ਬਾਕੀ ਨਿਕਲੀ ਨਾ, ਅਤੇ ਸਜ਼ਾ ਦੇਣ ਦਾ ਟਾਈਮ ਆਇਆ ਵੀ ਇਹ ਸਜ਼ਾ ਹੁਣ ਤੁਹਾਨੂੰ ਲੱਗੂਗੀ, ਤੁਸੀਂ ਨਾਮ ਨਹੀਂ ਸਿਮਰਨ ਕੀਤਾ। ਜਿਹੜੇ 5 ਕਿਰਸਾਨ ਸੀ ਨਾ, ਇਹ ਦੇਹੀ ਦੇ ਉੱਤੇ ਕਾਬਜ ਸੀ, ਜਿਹੜੇ ਜ਼ਬਰਦਸਤੀ ਮਤਲਬ ਇਹ ਧੱਕਾ ਕਰਦੇ ਸੀਗੇ ਔਰ ਸਾਡੇ ਨਾਮ ਦਾ ਅੰਮ੍ਰਿਤ ਜਿਹੜਾ ਸੀ ਇਹ ਪੀ ਜਾਂਦੇ ਸੀ। ਅਤੇ ਕਹਿੰਦੇ ਵੀ ਜਦੋਂ ਸਮਾਂ ਆਇਆ, ਧਰਮਰਾਜ ਨੇ ਸਜ਼ਾ ਦੇਣ ਦੀ ਵਿਉਂਤ ਬਣਾਈ, ਅਤੇ ਉਦੋਂ ਇਹ 5 ਕਿਰਸਾਨ ਜਿਹੜੇ ਸੀ ਨਾ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਜਿਹੜੇ ਇਹ ਤਾਂ ਭੱਜ ਗਏ ਅਤੇ ਰਹਿ ਗਿਆ ਜੀ ਇਕੱਲਾ। ਜੀ ਦੇ ਸਿਰ ਜਿਹੜਾ ਇਹ ਦੋਸ਼ ਲੱਗ ਗਿਆ ਕਿ ਤੂੰ ਨਾਮ ਸਿਮਰਨ ਨਹੀਂ ਕੀਤਾ, ਇਸ ਕਰਕੇ ਤੈਨੂੰ ਇਹ ਸਜ਼ਾ ਲੱਗੇਗੀ। ਅਤੇ ਦਰਬਾਰ ਦੇ ਵਿੱਚ ਇਸ ਜੀਵ ਨੂੰ ਪੇਸ਼ ਕਰਕੇ ਇਹ ਸਜ਼ਾ ਦਾ ਹੁਕਮ ਜਿਹੜਾ ਧਰਮਰਾਜ ਨੇ ਸੁਣਾ ਦਿੱਤਾ। ਹੁਣ ਕਬੀਰ ਸਾਹਿਬ ਕਹਿੰਦੇ ਹੈ, ਕਹੈ ਕਬੀਰ ਸੁਣੋ ਰੇ ਸੰਤੋ, खेत ही करो नबेरा, अब की बार बख्श बंदे को, बौड़ ना पौ जल फेरा। अब की बार बख्श बंदे को, बौड़ न पौ जल फेरा। ਹੁਣ ਕਬੀਰ ਸਾਹਿਬ ਸਾਨੂੰ ਇਹ ਸਮਝਾਉਂਦੇ ਆ, ਭਾਈ ਗੁਰਮੁਖ ਪਿਆਰਿਓ, ਜੇ ਤੁਸੀਂ ਪਰਮਾਤਮਾ ਦੇ ਨਾਲ ਜੁੜਨਾ ਨਾ, ਅਤੇ ਜੇ ਪਰਮਾਤਮਾ ਦੀ ਸ਼ਰਨ ਦੇ ਵਿੱਚ ਰਹਿ ਕੇ ਪਰਮਾਤਮਾ ਦਾ ਨਾਮ ਸਿਮਰਨ ਕਰਨਾ ਹੈ, ਅਤੇ ਕੀ ਕਰੋ ਕਿ ਇਹ ਗੱਲ ਸੁਣ ਲਓ ਤੁਸੀਂ ਨਾਮ ਸਿਮਰਨ ਕਰਨ ਵਾਲੇ ਸੰਤ ਪੁਰਸ਼ੋ। ਕਹੇ ਕਬੀਰ ਸੁਣੋ ਰੇ ਸੰਤੋ, ਸੰਤੋ ਇਹ ਗੱਲ ਮੇਰੀ ਸੁਣ ਲਓ। ਕੀ ਸੁਣ ਲਓ? ਖੇਤ ਹੀ ਕਰੋ ਨਬੇਰਾ, ਯਾਨੀ ਖੇਤ ਦੇ ਵਿੱਚ ਹੀ ਜਿੰਨਾ ਚਿਰ ਤੁਹਾਡਾ ਇਹ ਜੀਓ ਜਿਹੜਾ ਹੈ ਨਾ, ਇਸ ਸੰਸਾਰ ਦੇ ਵਿੱਚ ਪਰਮਾਤਮਾ ਨੇ ਸਾਹਾਂ ਦੀ ਪੂੰਜੀ ਦੇ ਕੇ ਭੇਜਿਆ ਹੋਇਆ ਹੈ, ਉਸ ਦੇ ਵਿੱਚ ਹੀ ਇਹ ਖੇਤੀ ਦਾ ਜੋ ਤੁਸੀਂ ਕਰਮ ਕਰਨਾ ਹੈ ਨਾ, ਇਸ ਦੇਹੀ ਗਾਮ ਦੇ ਵਿੱਚ
ਜੋ ਵੀ ਕਰਮ ਕਰਨਾ ਜੀ ਨੇ ਉਹ ਭਾਈ ਇੱਥੇ ਹੀ ਕਰਮ ਕਰਕੇ ਤੇ ਇੱਥੇ ਹੀ ਫਸਲ ਦਾ ਨਿਬੇੜਾ ਕਰ ਦਿਓ। ਮਤਲਬ ਜੋ ਹਿਸਾਬ ਕਿਤਾਬ ਬਣਦਾ ਹੈ ਇੱਥੇ ਹੀ ਨਿਭਾ ਦਿਓ, ਤਾਂ ਕਿ ਅੱਗੇ ਜਾ ਕੇ ਸਾਨੂੰ ਧਰਮ ਰਾਜ ਦੇ ਦੁਆਰੇ ਦੇ ਉੱਤੇ ਸਜ਼ਾ ਨਾ ਲੱਗਣੀ ਪਵੇ। ਜੇ ਕਰਮ ਚੰਗੇ ਕਿਤੇ ਕੀਤੇ ਵੀ ਹੈ ਤੇ ਪ੍ਰਮਾਤਮਾ ਦੀ ਕਿਰਪਾ ਹੈ, ਖੁਸ਼ੀਆਂ ਹੈ, ਸਭ ਠੀਕ ਹੈ। ਤੇ ਜੇ ਕਿਤੇ ਪਾਪ ਕਰਮ ਵੀ ਹੋਏ ਆ ਤੇ ਗੁਰੂ ਸਾਹਿਬ ਕਹਿੰਦੇ ਆ ਅਵਗੁਣ ਛੋੜ ਗੁਣਾ ਕੋ ਤਾਵੋ, ਕਰ ਔਗਣ ਪਛਤਾਹੀ ਜੀਓ। ਜੇ ਅਸੀਂ ਕਿਤੇ ਪਾਪ ਕਰਮ ਵੀ ਕਰ ਬੈਠੇ ਹਾਂ ਨਾ ਤਾਂ ਗੁਰੂ ਦੀ ਸ਼ਰਨ ਹੋ ਕੇ ਪ੍ਰਮਾਤਮਾ ਦਾ ਨਾਮ ਸਿਮਰਨ ਕਰਦੇ ਹੋਏ ਪ੍ਰਮਾਤਮਾ ਨੂੰ ਬੇਨਤੀ ਲਾਓ, ਸੱਚੇ ਪਾਤਸ਼ਾਹ ਕਿਰਪਾ ਕਰੋ, ਸਾਨੂੰ ਬਖਸ਼ ਲਓ, ਸਾਨੂੰ ਬਖਸ਼ ਲਓ ਸੱਚੇ ਪਾਤਸ਼ਾਹ। ਪਛਚਾਤਾਪ ਕਰੋ ਤੇ ਪਛਚਾਤਾਪ ਕਰੋ ਤੇ ਫਿਰ ਗੁਰੂ ਦੀ ਕਿਰਪਾ ਹੋਏਗੀ ਕਿ ਇੱਥੇ ਹੀ ਜਿੰਦੇ ਜੀ ਹੀ ਤੁਹਾਡਾ ਜਿਹੜਾ ਹੈ ਉਹ ਪਾਪ ਕਰਮ ਜਿਹੜਾ ਉਹ ਕੱਟਿਆ ਜਾਏਗਾ ਤੇ ਤੁਹਾਡੀ ਰੂਹ ਜਿਹੜੀ ਹੈ ਸੁਰੱਖਿਅਤ ਹੋ ਕੇ ਪ੍ਰਮਾਤਮਾ ਦੀ ਸ਼ਰਨ ਦੇ ਵਿੱਚ ਪ੍ਰਮਾਤਮਾ ਦਾ ਨਾਮ ਸਿਮਰਨ ਕਰਦੀ ਹੋਈ ਪ੍ਰਮਾਤਮਾ ਨਾਲ ਮਿਲਣ ਕਰ ਰਹੇਗੀ ਔਰ ਅੱਗੇ ਜਾ ਕੇ ਇਸ ਨੂੰ ਸੱਚਖੰਡ ਦੇ ਦੁਆਰੇ ਦੇ ਉੱਤੇ ਵਾਸਾ ਮਿਲੇਗਾ। ਇਹਨੂੰ ਜਮਾਂ ਦਾ ਪਵੇਗਾ, ਇਹਨੂੰ ਧਰਮ ਰਾਜ ਦੇ ਤਸੀਹੇ ਨਹੀਂ ਮਿਲਣਗੇ, ਇਹਨੂੰ ਕੋਈ ਸਜ਼ਾ ਨਹੀਂ ਲੱਗੇਗੀ, ਸਗੋਂ ਬਲਕਿ ਪ੍ਰਮਾਤਮਾ ਦੇ ਦੇਵਤੇ ਜਿਹੜੇ ਹੈ ਇਸ ਬਖਸ਼ਿਸ਼ ਭਰੀ ਰੂਹ ਨੂੰ ਪ੍ਰਮਾਤਮਾ ਦੇ ਦੁਆਰੇ 'ਤੇ ਲਿਜਾ ਕੇ ਪ੍ਰਮਾਤਮਾ ਦਾ ਵਿਮਾਨ ਦੇ ਵਿੱਚ ਇਸ ਰੂਹ ਨੂੰ ਬਿਠਾ ਕੇ ਫੁੱਲਾਂ ਦੀ ਵਰਖਾ ਕਰਦੇ ਹੋਏ, ਸਤਿਕਾਰ ਕਰਦੇ ਹੋਏ ਪ੍ਰਮਾਤਮਾ ਦਾ ਦਰਸ਼ਦਾਰਾ ਕਰਾਉਣਗੇ। ਤੋ ਇਸ ਤਰ੍ਹਾਂ ਦੇ ਨਾਲ ਭਾਈ ਇਹ ਗੁਰਮੁਖ ਪਿਆਰਿਓ, ਤੁਸੀਂ ਕਬੀਰ ਸਾਹਿਬ ਕਹਿ ਰਹੇ ਹੈ ਕਿ ਸੰਤ ਉਹ ਹੁੰਦੇ ਆ ਜਿਹੜੇ ਪ੍ਰਮਾਤਮਾ ਨਾਲ ਮਿਲਣ ਕਰਨਾ ਚਾਹੁੰਦੇ ਆ ਤੇ ਉਹਨਾਂ ਸੰਤਾਂ ਨੂੰ ਕਬੀਰ ਸਾਹਿਬ ਕਹਿੰਦੇ ਆ ਭਾਈ ਖੇਤ ਹੀ ਕਰੋ ਨਿਬੇੜਾ। ਖੇਤ ਦੇ ਵਿੱਚ ਇੱਥੇ ਹੀ ਜਿੰਨਾ ਚਿਰ ਤੁਹਾਡਾ ਜੀਵਨ ਆ ਭਾਈ ਇਸ ਜੀਵਨ ਦੇ ਵਿੱਚ ਹੀ ਨਿਬੇੜਾ ਕਰ ਲਓ ਨਫੇ ਨੁਕਸਾਨ ਦਾ। ਕੋਈ ਜੇ ਬੁਰਾਈਆਂ ਕਈਆਂ ਤੇ ਉਹਨਾਂ ਦੀਆਂ ਮਾਫੀਆਂ ਮੰਗ ਕੇ ਉਹਨਾਂ ਨੂੰ ਗੁਰੂ ਤੋਂ ਬਖਸ਼ਾ ਲਓ ਔਰ ਨਾਮ ਸਿਮਰਨ ਕਰਦੇ ਹੋਏ ਪ੍ਰਮਾਤਮਾ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਤੇ ਕੀ ਕਹਿੰਦੇ ਆ ਕਬੀਰ ਸਾਹਿਬ, ਅਬ ਕੀ ਬਾਰ ਬਖਸ਼ ਬੰਦੇ ਕੋ। ਇਹ ਪਰਮਪਿਤਾ ਪ੍ਰਮਾਤਮਾ ਨੂੰ ਬੇਨਤੀ ਕਰੋ ਕਿ ਸੱਚੇ ਪਾਤਸ਼ਾਹ ਐਤਕੀ ਵਾਰ ਜਿਹੜਾ ਹੈ ਸਾਨੂੰ ਬਖਸ਼ ਦਿਓ। ਜਿਹੜੇ ਪਾਪ ਕਰਮ ਸਾਡੇ ਤੋਂ ਪਹਿਲਾਂ ਹੋਏ ਹੁਣ ਜਿਹੜੇ ਹੋਏ ਆ ਸਾਨੂੰ ਮਾफ़ ਕਰੋ। ਅੱਗੇ ਤੋਂ ਅਸੀਂ ਤੇਰਾ ਨਾਮ ਸਿਮਰਨ ਕਰਾਂਗੇ ਔਰ ਨਾਮ ਸਿਮਰਨ ਕਰਦੇ ਹੋਏ ਪ੍ਰਮਾਤਮਾ ਤੋਂ ਖੁਸ਼ੀਆਂ ਪ੍ਰਾਪਤ ਕਰੋ। ਤੇ ਇਹ ਪ੍ਰਮਾਤਮਾ ਦੀ ਕਿਰਪਾ ਹੋਏਗੀ ਕਿ ਜਦੋਂ ਤੁਸੀਂ ਪ੍ਰਮਾਤਮਾ ਦੀ ਸ਼ਰਨ ਹੋ ਕੇ ਪ੍ਰਮਾਤਮਾ ਦਾ ਨਾਮ ਸਿਮਰਨ ਕਰੋਗੇ, ਪ੍ਰਮਾਤਮਾ ਤੋਂ ਆਪਣੀਆਂ ਭੁੱਲਾਂ ਚੁੱਕਾਂ ਨੂੰ ਬਖਸ਼ਾ ਲਓਗੇ, ਉਦੋਂ ਗੁਰੂ ਦੀ ਕਿਰਪਾ ਹੋਏਗੀ। ਬੌੜ ਨਾ ਭਵ ਜਲ ਫੇਰਾ, ਫਿਰ ਪ੍ਰਮਾਤਮਾ ਦੀ ਕਿਰਪਾ ਨਾਲ ਭਉ ਜਲ ਭਾਵ ਇਹ ਸੰਸਾਰ ਸਾਗਰ ਦੇ ਵਿੱਚ ਜਿਹੜਾ ਹੈ ਦੁੱਖਾਂ ਦਾ ਜੋ ਸਾਗਰ ਹੈ ਇਸ ਦੇ ਵਿੱਚ ਤੁਹਾਡਾ ਜਿਹੜਾ ਮੁੜ ਕੇ ਫਿਰ ਜਨਮ ਨਹੀਂ ਹੋਏਗਾ ਔਰ ਜਨਮ ਦੇ ਵਿੱਚ ਆ ਕੇ ਇਸ ਸਾਗਰ ਦੇ ਵਿੱਚ ਤੁਹਾਨੂੰ ਭਟਕਣਾ ਨਹੀਂ ਪਏਗਾ, ਤੁਹਾਨੂੰ ਡੁੱਬਣਾ ਨਹੀਂ ਪਏਗਾ। ਤੁਹਾਡੇ 'ਤੇ ਪ੍ਰਮਾਤਮਾ ਦੀ ਕਿਰਪਾ ਹੋਏਗੀ, ਤੁਸੀਂ ਤਰ ਕੇ ਜਿਹੜਾ ਹੈ ਇਸ ਭਵ ਸਾਗਰ ਨੂੰ ਜਿਹੜਾ ਪ੍ਰਮਾਤਮਾ ਦੇ ਸੱਚਖੰਡ ਦੇ ਦੁਆਰੇ ਦੇ ਉੱਤੇ ਪਹੁੰਚ ਜਾਓਗੇ ਔਰ ਪ੍ਰਮਾਤਮਾ ਦੇ ਦਰਸ਼ਦਾਰੇ ਕਰੋਗੇ, ਪ੍ਰਮਾਤਮਾ ਦੀ ਕਿਰਪਾ ਹੋਏਗੀ। ਇਸ ਕਰਕੇ ਕਬੀਰ ਸਾਹਿਬ ਨੇ ਇਹ ਸਮਝਾਇਆ ਭਾਈ ਗੁਰਮੁਖ ਪਿਆਰਿਓ, ਸਾਡੀ ਰੂਹ ਜਿਹੜੀ ਹੈ ਨਾ ਪੰਜ ਦੂਤਾਂ ਦੇ ਵੱਸ ਹੋ ਜਾਂਦੀ ਹੈ, ਪੰਜ ਚੋਰਾਂ ਦੇ ਵੱਸ ਹੋ ਜਾਂਦੀ ਹੈ ਔਰ ਇਹ ਸਾਡਾ ਅੰਮ੍ਰਿਤ ਲੁੱਟ ਲੈਂਦੇ ਆ। ਸਾਨੂੰ ਚੱਕਰ ਦੇ ਵਿੱਚ ਫਸਾ ਕੇ, ਮਾਇਆ ਦੇ ਚੱਕਰਾਂ 'ਚ ਫਸਾ ਕੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਚੱਕਰਾਂ 'ਚ ਫਸਾ ਕੇ ਇਹ ਸਾਨੂੰ ਭਟਕਾ ਦਿੰਦੇ ਆ ਔਰ ਸਾਡੀ ਰੂਹ ਨੂੰ ਜਦੋਂ ਇਹ ਲੇਖਾ ਦੇਣ ਦਾ ਸਮਾਂ ਆਉਂਦਾ ਤੇ ਰੂਹ ਜਿਹੜੀ ਹੈ ਸਾਡੀ ਇਕੱਲੀ ਰਹਿ ਜਾਂਦੀ ਹੈ। ਇਹ ਰੂਹ ਨੂੰ ਛੱਡ ਕੇ ਭੱਜ ਜਾਂਦੇ ਹੈ ਔਰ ਇਸ ਤਰ੍ਹਾਂ ਦੇ ਨਾਲ ਫਿਰ ਇਹ ਰੂਹ ਜਿਹੜੀ ਹੈ ਨਾ ਧਰਮ ਰਾਜ ਦੀ ਸਜ਼ਾ ਭੁਗਤਦੀ ਹੋਈ ਕਸ਼ਟ ਪਾਉਂਦੀ ਹੈ, ਦੁੱਖ ਪਾਉਂਦੀ ਹੈ, ਤਸੀਹੇ ਝੱਲਦੀ ਹੈ। ਤੋ ਇਹਨਾਂ ਤੋਂ ਬਚਣ ਲਈ ਕਬੀਰ ਸਾਹਿਬ ਨੇ ਸਾਨੂੰ ਇਹ ਸਮਝਾਇਆ ਭਾਈ ਗੁਰਮੁਖ ਪਿਆਰਿਓ ਕਿਰਪਾ ਕਰੋ, ਗੁਰਮੁਖ ਪਿਆਰਿਓ ਗੁਰੂ ਦੀ ਕਿਰਪਾ ਨਾਲ ਪ੍ਰਮਾਤਮਾ ਦੀ ਸ਼ਰਨ ਹੋ ਕੇ ਪ੍ਰਮਾਤਮਾ ਦਾ ਨਾਮ ਸਿਮਰਨ ਕਰੋ ਔਰ ਖੇਤ ਦੇ ਵਿੱਚ ਹੀ ਇਸ ਜੀਵਨ ਦੇ ਵਿੱਚ ਹੀ ਇਹਨਾਂ ਕਰਮਾਂ ਦਾ ਜਿਹੜਾ ਨਿਬੇੜਾ ਹੈ ਇੱਥੇ ਹੀ ਕਰ ਲਓ ਔਰ ਗੁਰੂ ਨੂੰ ਹਰ ਰੋਜ਼ ਹਰ ਸਮੇਂ ਬੇਨਤੀ ਲਾਈ ਰੱਖਿਆ ਕਰੋ, ਸੱਚੇ ਪਾਤਸ਼ਾਹ ਕਿਰਪਾ ਕਰੋ, ਅਬ ਕੀ ਬਾਰ ਬਖਸ਼ ਬੰਦੇ ਕੋ ਬੌੜ ਨਾ ਭਵ ਜਲ ਫੇਰਾ। ਫਿਰ ਮੁੜ ਕੇ ਸਾਨੂੰ ਭਵ ਜਲ ਦੇ ਵਿੱਚ ਭਵ ਸਾਗਰ ਦੇ ਵਿੱਚ ਇਹ ਜਨਮ ਨਾ ਲੈਣਾ ਪਵੇ, ਸਾਨੂੰ ਜਨਮਾਂ ਤੋਂ ਮੁਕਤੀ ਬਖਸ਼ ਦਿਓ, ਸਾਨੂੰ ਆਵਾਗਮਨ ਤੋਂ ਛੁਟਕਾਰਾ ਮਿਲ ਜਾਏ। ਸੱਚੇ ਪਾਤਸ਼ਾਹ ਕਿਰਪਾ ਕਰੋ। ਇੰਨੀਆਂ ਵਿਚਾਰਾਂ ਕਰਦੇ ਹੋਏ ਸੱਚੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਬੇਨਤੀ ਕਰਦੇ ਹਾਂ, ਸਾਹਿਬ ਸ਼੍ਰੀ ਗੁਰੂ ਪਰਮਪਿਤਾ ਪਰਮਾਤਮਾ ਨੂੰ ਅਸੀਂ ਬੇਨਤੀ ਕਰਦੇ ਹਾਂ, ਸੱਚੇ ਪਾਤਸ਼ਾਹ ਸਾਡੇ ਵੀ ਸਿਰਾਂ 'ਤੇ ਮਿਹਰ ਭਰਿਆ ਹੱਥ ਰੱਖ ਕੇ ਸਾਨੂੰ ਵੀ ਆਪਣੇ ਚਰਨਾਂ ਦੇ ਨਾਲ ਜੋੜ ਲਓ, ਆਪਣਾ ਨਾਮ ਬਖਸ਼ੋ ਔਰ ਪੰਜ ਦੂਤਾਂ ਤੋਂ ਸਾਨੂੰ ਬਚਾ ਕੇ ਰੱਖੋ ਤਾਂ ਕਿ ਸਾਡਾ ਭਵਜਲ ਦੇ ਵਿੱਚ ਮੁੜ ਕੇ ਫੇਰਾ ਨਾ ਹੋਵੇ ਔਰ ਅਸੀਂ ਤੇਰੇ ਚਰਨਾਂ ਦੇ ਵਿੱਚ ਨਿਵਾਸ ਕਰਦੇ ਹੋਏ ਤੇਰੇ ਦਰਸ਼ਨਾਂ ਦੇ ਦੀਦਾਰੇ ਕਰਦੇ ਰਹੀਏ, ਤੇਰੇ ਅੰਮ੍ਰਿਤ ਨਾਮ ਦੀ ਪ੍ਰਾਪਤੀ ਕਰਦੇ ਰਹੀਏ ਔਰ ਸਾਡੀ ਰੂਹ ਜਿਹੜੀ ਹੈ ਹਰੀ ਹੋ ਕੇ, ਹਰਿਆਵਲੀ ਹੋ ਕੇ, ਆਨੰਦਿਤ ਹੋ ਕੇ ਤੇਰੇ ਚਰਨਾਂ ਦੇ ਵਿੱਚ ਪ੍ਰਮਾਤਮਾ ਦਾ ਨਾਮ ਸਿਮਰਨ ਕਰਦੀ ਹੋਈ ਤੇਰੇ ਦਰਸ਼ਦਾਰੇ ਕਰਦੀ ਰਹੇ। ਤੋ ਇੰਨੀਆਂ ਵਿਚਾਰਾਂ ਕਰਦੇ ਹੋਏ ਦਾਸ
ਸ਼ਮਾਂ ਦਾ ਜਾਚਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਆਪ ਜੀ ਨੂੰ ਬੇਨਤੀ ਹੈ ਕਿ ਇਹ ਵਾਹਿਗੁਰੂ ਜੋਤ ਚੈਨਲ ਜਿਹੜਾ ਹੈ, ਜੇ ਆਪ ਨੇ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਕਰੋ। ਹੋਰ ਦੂਸਰੇ ਲੋਕਾਂ ਨੂੰ ਵੀ ਸਬਸਕ੍ਰਾਈਬ ਕਰਵਾਓ, ਲਾਈਕ ਕਰੋ, ਸ਼ੇਅਰ ਕਰੋ। ਜਿਹੜੀ ਵੀ ਵੀਡੀਓ ਤੁਸੀਂ ਦੇਖੋ ਉਸ ਨੂੰ ਸ਼ੇਅਰ ਕਰੋ, ਉਸ ਨੂੰ ਲਾਈਕ ਕਰੋ, ਤਾਂ ਕਿ ਇਸ ਚੈਨਲ ਨੂੰ ਹੋਰ ਅੱਗੇ ਵਧਣ ਦਾ ਮੌਕਾ ਮਿਲੇ, ਤਾਂ ਆਪ ਜੀ ਨੂੰ ਵੀ ਇਹ ਵਿਚਾਰ ਜਿਹੜਾ ਹੈ ਹਮੇਸ਼ਾ ਆਪ ਜੀ ਦੇ ਕੋਲ ਪਹੁੰਚਦਾ ਰਹੇ। ਬੈਲ ਆਈਕਨ ਜਿਹੜੀ ਹੈ, ਘੰਟੀ ਆ, ਉਸ ਨੂੰ ਵੀ ਦਬਾ ਲਓ, ਤਾਂ ਕਿ ਤੁਹਾਨੂੰ ਹਰ ਨਵੀਂ ਵੀਡੀਓ ਜਿਹੜੀ ਆ ਉਹ ਤੁਹਾਡੇ ਕੋਲ ਪਹੁੰਚਦੀ ਰਹੇ। ਇੰਨੀ ਕਿਰਪਾ ਕਰੋ ਸਾਧ ਸੰਗਤ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।